ਹੈਲੋ ਸਟੂਡੈਂਟਸ, ਅੱਜ ਅਸੀਂ ਮੰਚ ਮੈਂ ਕਿਤਾਬ ਦੇ ਵਿੱਚੋਂ ਵਰਤਾਉਣ ਇਕਾਂਗੀ ਜਿਹੜਾ ਆ ਉਹਦਾ 8ਵਾਂ ਅਤੇ 9ਵਾਂ ਦ੍ਰਿਸ਼ ਜਿਹੜੇ ਲਾਸਟ ਰਹਿ ਗਏ ਨੇ, ਇਹਨੂੰ ਅਸੀਂ ਕੰਪਲੀਟ ਕਰਾਂਗੇ। ਇਹਦੇ ਵਿੱਚ ਅਸੀਂ ਦੇਖਣੇ ਆ ਕੀ ਹੁੰਦਾ ਅੱਗੇ। ਕਰਤਾਰੀ ਚੌਂਕੇ ਵਿੱਚ ਬੈਠੀ ਹੈ, ਸੱਜਣ ਬਜ਼ੁਰਗ ਦੇ ਢਾਰੇ 'ਚੋਂ ਬਾਹਰ ਆਉਂਦਾ ਹੈ ਚਿੰਤਾ ਮੁਦਰਾ ਵਿੱਚ। ਸੱਜਣ ਕਰਤਾਰਪੁਰੇ ਬਾਪੂ ਢਿੱਲਾ ਹੋਇਆ, ਚਾਹ ਚੂ ਕਰਕੇ ਦੇ ਬਿਰਧ ਸਰੀਰ ਹੈ, ਕਿਤੇ ਹੋਰ ਹੀ ਨਾ ਭਾਣਾ ਵਰਤ ਜਾਏ। ਕਰਤਾਰੀ, ਉਹ ਤਾਂ ਮੈਂ ਦੇ ਆਉਂਦੀ ਹਾਂ, ਤੂੰ ਉਹਨਾਂ ਨੂੰ ਕਿਹਾ ਵੀ ਇੱਧਰ ਆ ਜਾ। ਸੱਜਣ, ਕਮਲੇ ਆ, ਇੱਕ ਵਾਰ ਕਿਹਾ ਉਹਦੀ ਹਰ ਰੱਟ ਹੈ, ਬਸ ਮੈਂ ਇੱਥੇ ਹੀ ਰਹੂੰ। ਕਰਤਾਰੀ, ਚੰਗਾ, ਚਾਹ ਪਾਉਂਦੀ ਹੋਈ, ਲੈ ਜਾ ਤੂੰ ਫੜਾਇਆ ਚਾਹ, ਨਾਲੇ 2 ਘੜੀ ਹੋਰ ਕੋਲ ਬਹਿ ਆਈ, ਮੈਂ ਬਾੜੇ 'ਚੋਂ ਪਾਥੀਆਂ ਟੋਕਰਾ ਹੀ ਲੈ ਆਵਾਂ। ਸੱਜਣ ਚਾਹ ਫੜਾਉਂਦਾ ਹੋਇਆ, ਲਿਆ ਦੇ। ਅੰਦਰ ਜਾਂਦਾ, ਦੂਜੇ ਪਾਸਿਓਂ ਮੋਢੇ 'ਤੇ ਕਹੀ ਰੱਖੀ, ਸੁੰਦਰ ਬਾਹਰ ਹੁੰਦਾ ਹੈ। ਓਟੇ ਵਿੱਚ ਪਾਣੀ ਦੀ ਗੜਵੀ ਲੈ ਕੇ ਹੱਥ ਪੈਰ ਧੋਂਦਾ ਆਵਾਜ਼ ਮਾਰਦਾ। ਅਸੀਂ ਇੱਥੋਂ ਤੱਕ ਦੇਖਿਆ ਕਿ ਸੱਜਣ ਜਿਹੜਾ ਆਪਣੇ ਘਰ ਵਾਲੀ ਨੂੰ ਕਹਿੰਦਾ ਹੈ ਕਿ ਥੋੜ੍ਹਾ ਚਾਹ ਦੇ, ਕਿਉਂਕਿ ਬਾਪੂ ਥੋੜ੍ਹਾ ਮੈਨੂੰ ਢਿੱਲਾ ਲੱਗਦਾ ਆ ਅਤੇ ਉਹਨੂੰ ਮੈਂ ਥੋੜ੍ਹਾ ਚਾਹ ਦਾ ਫੜਾਵਾਂ ਜਾ ਕੇ। ਕਰਤਾਰੀ ਕਹਿੰਦੀ ਹੈ, ਮੈਂ ਤੈਨੂੰ ਕਈ ਵਾਰੀ ਕਿਹਾ ਆ ਕਿ ਮੇਰੇ ਵਾਲੇ ਪਾਸੇ ਆ ਕੇ ਰਹਿ ਲਾ। ਉਹ ਕਹਿੰਦਾ ਨਹੀਂ, ਮੈਂ ਰਹਿਣਾ ਉਸ ਢਾਰੇ ਦੇ ਵਿੱਚ ਹੀ ਆ। ਅਤੇ ਸੱਜਣ ਜਿਹੜਾ ਉਹ ਚਾਹ ਦਾ ਕੱਪ ਲੈ ਕੇ ਜਿਹੜਾ ਸੀ ਉਹ ਆਪਣੇ ਬਾਪੂ ਨੂੰ ਪਿਆਣ ਜਾਂਦਾ। ਦੂਸਰੇ ਪਾਸੋਂ ਸੁੰਦਰ ਜਿਹੜਾ ਆ ਉਹ ਕਹੀ ਚੁੱਕਦਾ ਹੋਇਆ ਘਰ ਵਿੱਚ ਆਉਂਦਾ ਹੈ। ਕੀ ਕਹਿੰਦਾ ਹੈ ਸੁੰਦਰ? ਮੈਂ ਕਿਹਾ ਜਿੰਦੇ ਦੇ ਬੇਬੇ, ਉਹ ਜਿੰਦੇ ਦੇ ਬੇਬੇ। ਸੰਤੀ ਅੰਦਰੋਂ ਬਾਹਰ ਆਉਂਦੀ ਹੋਈ, ਤੂੰ ਜੀ ਆ ਗਿਆ ਖੇਤੋਂ? ਸੁੰਦਰ, ਆਹੋ, ਖੇਤ ਦੀ ਖੈਰ ਹੈ? ਮੈਂ ਕਿਹਾ ਬਾਪੂ ਢਿੱਲਾ ਕੁਝ ਆ ਰਾ, ਭਾਬੀ ਮਿਲੀ ਸੀ, ਉਹਨੇ ਦੱਸਿਆ ਆ। ਸੰਤੀ, ਭਾਬੀ ਦੇ ਨਾਂ ਤੋਂ ਨੱਕ ਬੋਲ ਵੱਟਣ ਦੀ ਲੱਗਦੀ ਹੈ ਅਚਾਨਕ ਡਰਮੇ ਨਾਲ। ਆਹੋ, ਮੈਂ ਵੀ ਸੁਣਿਆ ਸੀ, ਦੋਵੇਂ ਖਸਮ ਤਿਵੇਂ ਗੱਲਾਂ ਜਿਹੀਆਂ ਕਰਦੇ ਸੀ। ਜਾ ਤੂੰ ਜਾਇਆ, ਪਤਾ ਕਰ ਆ, ਬੁੜਾ ਕਿਤੇ ਹੋਰ ਨਾ ਕੁਝ ਦਾ ਕੁਝ ਹੋ ਜਾਏ। ਸੁੰਦਰ ਕਹਿੰਦਾ ਮੈਨੂੰ ਭਰਜਾਈ ਮਿਲੀ ਸੀ ਰਸਤੇ ਦੇ ਵਿੱਚ, ਅਤੇ ਉਹ ਕਹਿੰਦੀ ਆ ਕਿ ਬਾਪੂ ਥੋੜ੍ਹਾ ਢਿੱਲਾ ਆ। ਸੰਤੀ ਕਹਿੰਦੀ ਆਹੋ, ਜਾ ਵੀ ਤੂੰ ਮੇਲਾ ਜਾ ਕੇ ਕਿਤੇ ਹੋਰ ਨਾ ਕੁਝ ਭਾਣਾ ਵਰਤ ਜਾਏ। ਸੁੰਦਰ ਜਿਹੜਾ ਕਹਿੰਦਾ ਤੂੰ ਮਾੜੀ ਭਾਖਿਆ ਹੀ ਕੱਢਿਆ ਕਰ, ਮੈਂ ਕਰਦਾ ਬਾਪੂ ਦਾ ਪਤਾ, ਤੂੰ ਜਰਾ ਰੁੱਗ ਲਵਾ ਕੇ ਜਿੰਦੇ ਨੂੰ ਕਹਿ ਪੱਠੇ ਕੁੱਤਰ ਦੇ। ਸੰਤੀ, ਜਿੰਦਾ ਅਜੇ ਕਿੱਥੇ ਮੁੜਿਆ? ਸ਼ਹਿਰੋਂ। ਸੁੰਦਰ, ਚੰਗਾ, ਮੈਂ ਹੀ ਆ ਕੇ ਲੱਗਦਾ, ਤੂੰ ਚਾਹ ਧਰ, ਮੈਂ ਬਾਪੂ ਦਾ ਪਤਾ ਕਰਾ ਕੇ ਆਵਾਂ, ਨਾਲੇ ਉਹਨੂੰ ਵੀ ਦੇ ਆ। ਆਹ ਤੁਲਸੀ ਦੇ ਪੱਤੇ ਲੈ ਦੀ ਦੋ, ਠੰਡ ਠੁੰਡ ਹੋਈ ਲੱਗੂ। ਸੁੰਦਰ ਬਜ਼ੁਰਗ ਦੇ ਢਾਰੇ ਵੱਲ ਜਾਂਦਾ ਹੈ। ਸੰਤੀ ਅੰਦਰ ਚਾਹ ਦਾ ਸਮਾਨ ਲੈ ਕੇ ਜਾਂਦੀ ਹੈ। ਹੁਣ ਲਾਸਟ ਜਿਹੜਾ ਦ੍ਰਿਸ਼ ਹੈ, ਠੀਕ ਹੈ, 9ਵਾਂ ਦ੍ਰਿਸ਼ ਜਿਹੜਾ, ਇਹਦੇ ਵਿੱਚ ਕੀ ਹੁੰਦਾ ਹੁਣ ਅਸੀਂ ਦੇਖਣੇ ਆ। ਦਿਨ ਦਾ ਸਮਾਂ ਹੈ, ਬਾਪੂ ਦਾ ਮੰਜਾ ਦੋਹਾਂ ਘਰਾਂ ਦੇ ਬਿਲਕੁਲ ਅੱਧ ਵਿਚਕਾਰ ਡਾਹਿਆ ਹੋਇਆ, ਸਾਰਾ ਪਰਿਵਾਰ ਉਹਦੇ ਮੰਜੇ ਦੇ ਆਲੇ ਦੁਆਲੇ ਹੈ। ਸੱਜਣ ਅਤੇ ਸੁੰਦਰ ਮੰਜੇ 'ਤੇ ਪੈਣ ਦੇ ਸਰਾਣੇ ਯਾਨੀ ਪੈਰਾਂ ਵਾਲੇ ਪਾਸੇ ਬੈਠੇ ਹਨ। ਕਰਤਾਰੀ ਅਤੇ ਸੰਤੀ ਨੀਚੇ ਪੜੀ ਪੀੜ੍ਹੀਆਂ 'ਤੇ ਅਤੇ ਦੀਪਾ ਅਤੇ ਜਿੰਦਾ ਪਿੱਛੇ ਉਦਾਸ ਜੇ ਖੜ੍ਹੇ ਹਨ। ਸੱਜਣ, ਬਾਪੂ ਜਿੱਦ ਛੱਡ, ਤੂੰ ਢਿੱਲਾ ਬਾਹਲਾ ਆ, ਚੱਲ ਘਰ ਚਲੀਏ, ਰਜਾਈ 'ਚ ਨਿੱਘ ਹੋ ਕੇ ਅੰਦਰ ਬਹਿ ਤੂੰ, ਮੈਂ ਬਨਾਰਸੀ ਵੈਦ ਨੂੰ ਲਿਆਉਣਾ ਜਾ ਕੇ। ਬਜ਼ੁਰਗ ਕਹਿੰਦਾ ਨਾ, ਮੈਂ ਨਹੀਂ ਜਾਣਾ। ਸੁੰਦਰ, ਬਾਪੂ ਮੰਨ ਲਿਆ ਕਰ ਕਿਸੇ ਦੀ, ਤੂੰ ਚੱਲ ਮੇਰੇ ਵਾਲੇ ਚੱਲ, ਡਰਾ ਅੰਦਰ ਮਾਂ ਨਾਲ ਬਹਿ। ਸੰਤੀਏ, ਤੂੰ ਚਾਹ ਬਣਾ, ਮੈਂ ਸ਼ਹਿਰੋਂ ਡਾਕਟਰ ਸੱਦ ਕੇ ਲਿਆਉਣਾ। ਸੱਜਣ ਕਹਿੰਦਾ ਤੂੰ ਮੇਰੇ ਵਾਲੇ ਪਾਸੇ ਚੱਲ, ਮੈਂ ਵੈਦ ਨੂੰ ਸੱਦ ਕੇ ਲਿਆਉਣਾ। ਸੁੰਦਰ ਕਹਿੰਦਾ ਤੂੰ ਮੇਰੇ ਵਾਲੇ ਪਾਸੇ ਚੱਲ, ਮੈਂ ਸ਼ਹਿਰੋਂ ਡਾਕਟਰੋਂ ਲਿਆਉਣਾ। ਬਜ਼ੁਰਗ ਔਖੀ ਆਵਾਜ਼, ਉਹ ਕੰਜਰੂ, ਮੇਰਾ ਇੱਕ ਵਾਰ ਕਿਹਾ ਨਹੀਂ ਸੁਣਿਆ, ਮੈਂ ਕਿਸੇ ਪਾਸੇ ਨਹੀਂ ਜਾਣਾ। ਸੱਜਣ, ਹੋਰ ਇੱਥੇ ਮਰਨਾ ਬਾਹਰ ਵਿਹੜੇ 'ਚ? ਸੁੰਦਰ, ਬਾਪੂ ਸੋਚ ਜਰਾ, ਲੋਕ ਕੀ ਕਹਿਣਗੇ ਵੀ ਨੱਥੇ ਕਿਆਂ ਦਾ ਟੱਬਰ ਦਾ ਬੁੜਾ ਬਾਹਰ ਹੀ ਮਰ ਗਿਆ ਅੱਧ ਵਿਚਕਾਰ। ਬਜ਼ੁਰਗ, ਚਾਹੇ ਕੋਈ ਕੁਛ ਕਹੇ, ਮੈਨੂੰ ਨਹੀਂ ਪਰਵਾਹ, ਮੈਂ 100 ਦੀ ਇੱਕ ਸੁਣਾਤੇ ਬਈ, ਮੈਂ ਅੱਡ ਹੋਏ ਘਰਾਂ 'ਚ ਨਹੀਂ ਰਹਿਣਾ। ਨਾਲੇ ਅੱਜ ਦੀ ਗੱਲ ਹੈ, ਜਿਵੇਂ ਮੈਂ ਤੁਹਾਨੂੰ ਪਤਾ ਨਹੀਂ, ਜਿੱਦਣ ਦਾ ਇਹ ਵੰਡਾ ਹੋਇਆ ਮੈਂ ਤਾਂ ਪਾਇਆ ਕਦਮ ਤੁਹਾਡੇ ਵਿਹੜੇ 'ਚ ਦੋਹਾਂ ਦੇ ਘਰਾਂ ਦੇ ਵਿੱਚ। ਸੱਜਣ, ਉਹ ਤਾਂ ਠੀਕ ਹੈ ਮੇਰੇ ਬਾਪੂ ਜੀ ਮਹਾਰਾਜ, ਪਰ ਹੁਣ ਤੁਸੀਂ ਬਿਮਾਰ ਹੋ, ਇਮਾਨਦਾਰੀ ਦੀ ਲੋੜ ਹੈ। ਇਮਾਨਦਾਰੀ ਮਤਲਬ ਤੁਹਾਡੀ ਸੇਵਾ ਕਰਨ ਦੀ। ਹੁਣ ਤਾਂ ਇੱਕ ਥਾਂ ਟਿਕਿਆ ਹੀ ਸ਼ੁਰੂ ਕਰੋ। ਸੱਜਣ, ਸੁੰਦਰ, ਹੋਰ ਨਾਲ ਹੀ ਇੱਥੇ ਪਿਆ ਹੋ, ਠੰਡ 'ਚ ਆਕੜ ਜਾਵੇਗਾ ਸ਼ਾਮ ਤੱਕ। ਬਜ਼ੁਰਗ, ਮੈਂ ਤਾਂ ਸਾਰੀ ਮਾੜੀ ਜਿਹੀ ਧੁੱਪ ਦੇਖ ਕੇ ਮੁੰਡਿਆਂ ਤੋਂ ਕਢਵਾਇਆ ਸੀ ਮੰਜਾ ਬਾਹਰ, ਬਹੁਤਾ ਕਰ ਦਿਓ ਤਾਂ ਮੇਰਾ ਮੰਜਾ ਅੰਦਰ ਫਿਰ ਢਾਰੇ 'ਚ ਕਰ ਦਿਓ, ਮੈਂ ਰਹੂੰ ਲੀਕ ਦੇ ਉੱਪਰ ਹੀ। ਯਾਨੀ ਬਾਪੂ ਜੀ ਨੇ ਜਿਹੜੀ ਵਿਚਕਾਰ ਕੰਧ ਕੱਢੀ ਹੋਈ ਸੀ, ਉਹ ਕੰਧ ਦੇ ਉੱਪਰ ਜਿਹੜਾ ਸੀ ਥੋੜ੍ਹਾ ਅੱਗੇ ਕਰਕੇ ਸੀਧ ਦੇ ਵਿੱਚ ਮੰਜਾ ਡਾਹਿਆ ਹੋਇਆ ਸੀ। ਨਾ ਉਹ ਸੁੰਦਰਵਾਲ ਸੀ ਅਤੇ ਨਾ ਉਹ ਸੱਜਣਵਾਲ ਸੀ।
ਸੁੰਦਰ ਕਹਿੰਦਾ ਸੀ ਬਾਪੂ ਮੇਰੇ ਵਾਲੇ ਪਾਸੇ ਆ ਜੇ, ਸੱਜਣ ਕਹਿੰਦਾ ਸੀ ਬਾਪੂ ਮੇਰੇ ਵਾਲੇ ਪਾਸੇ ਆ ਜੇ। ਬਾਪੂ ਕਹਿੰਦਾ ਕਿ ਮੈਂ ਕਿਸੇ ਦੇ ਘਰ ਜਿਹੜਾ ਉਹ ਨਹੀਂ ਜਾਣਾ। ਬਾਪੂ ਸੱਜਣ, ਬਾਪੂ ਕਿਉਂ ਕਮਲੀਆਂ ਮਾਰਦਾ, ਤੈਨੂੰ ਇਕੱਲੇ ਨੂੰ ਕਿਵੇਂ ਛੱਡ ਦਈਏ। ਬਜ਼ੁਰਗ, ਕਿਉਂ ਅੱਜ ਹੋਇਆ ਮੈਂ ਇਕੱਲਾ, ਮੈਂ ਤਾਂ ਤਦ ਦਾ ਇਕੱਲਾ ਹਾਂ, ਕਦ ਦਾ ਇਕੱਲਾ ਹਾਂ। ਦੀਪਾ ਥੋੜ੍ਹਾ ਜੱਗ ਕੇ ਸੱਜਣ, ਬਾਪੂ ਜੀ ਤੁਸੀਂ ਬਾਬਾ ਜੀ ਦੀ ਗੱਲ ਕਿਉਂ ਨਹੀਂ ਸਮਝਦੇ। ਹਾਂ ਤਾਂ ਅਸੀਂ ਨਿਆਣੇ ਤੁਹਾਨੂੰ ਸਮਝਾਉਂਦੇ ਚੰਗੇ ਨਹੀਂ ਲੱਗਦੇ, ਪਰ ਤੁਸੀਂ ਵਿਚਾਰੋ ਤਾਂ ਸਹੀ। ਜਿੰਦਾ, ਬਾਬਾ ਜੀ ਨੇ ਹਾਲੇ ਤੱਕ ਇਸ ਘਰ ਦੇ 2 ਟੋਟੇ ਮਨੋਂ ਨਹੀਂ ਮੰਨੇ। ਹਾਂ, ਇੰਨੇ ਸਾਲਾਂ ਤੋਂ ਇਕੱਲੇ ਆਪਣੇ ਢਾਰੇ 'ਚ ਬੈਠੇ ਨੇ, ਤੁਸੀਂ ਉਹਨਾਂ ਦਾ ਮਨ ਕਿਉਂ ਨਹੀਂ ਪੜ੍ਹਦੇ। ਦੀਪਾ, ਬੇਬੇ ਤੁਹਾਡੇ ਕਜੀਏ ਕਲੇਸ਼ ਦੇ ਘਰ ਵੰਡੀਆਂ ਪੋਈਆਂ ਨੇ, ਬਾਬੇ ਦਾ ਦਿਲ ਅੱਡ ਦੁਖਾਇਆ, ਇਹਨਾਂ ਨੂੰ ਅੱਡ ਤਪਾਇਆ। ਦੀਪਾ ਜਿੰਦਾ ਜਿਹੜੇ ਸੀ ਆਪਣੇ ਮਾਂ-ਬਾਪ ਨੂੰ ਸਮਝਾਉਂਦੇ ਨੇ ਕਿ ਤੁਹਾਡੀ ਵਜ੍ਹਾ ਨਾਲ ਘਰ ਵਿੱਚ ਜਿਹੜਾ ਇਸ ਤਰੀਕੇ ਲੜਾਈਆਂ ਪਈਆਂ ਨੇ, ਵੰਡ ਵੰਡਾਈ ਹੋਈ ਹੈ, ਅਤੇ ਇਹ ਜਿਹੜਾ ਚੰਗੀ ਗੱਲ ਜਿਹੜਾ ਉਹ ਨਹੀਂ ਹੈ। ਜਿੰਦਾ, ਜੇ ਹੁਣ ਵੀ ਭਲੀ ਲੋੜੀਂਦੀ ਹੋ ਤਾਂ ਛੱਡ ਦਿਓ ਇਹ ਹਿੰਡ ਕਲੇਸ਼ਾਂ ਅਤੇ ਕਦੇ ਕੁਝ ਦਾ ਸਵਾਰਿਆ। ਕਰਤਾਰੀ ਅਤੇ ਸੰਧੀ ਨਿੰਮੋ ਝੁਣੀਆਂ ਜਾਨੀ ਥੋੜ੍ਹੀਆਂ ਸ਼ਰਮਿੰਦਗੀ ਮਹਿਸੂਸ ਜਿਹੀਆਂ ਕਰਦੀਆਂ, ਪੈਰਾਂ 'ਤੇ ਨਹੁੰਆਂ ਦੀ ਖੁਰਚਦੀਆਂ। ਸੱਜਣ ਅਤੇ ਸੁੰਦਰ ਨੂੰ ਸ਼ਰਮਿੰਦਗੀ ਜਿਹੀ ਮਹਿਸੂਸ ਕਰਦੇ ਨੇ ਅਤੇ ਬਾਬੇ ਦੇ ਚਿਹਰੇ 'ਤੇ ਰੌਣਕ ਆਉਣ ਲੱਗਦੀ ਹੈ। ਦੀਪਾ, ਜਿਵੇਂ ਸਾਰਿਆਂ ਨੂੰ ਕਹਿ ਰਿਹਾ ਹੋਵੇ, ਦੇਖ ਲਓ ਜੇ ਬਾਬਾ ਜੀ ਲੋੜੀਂਦੇ ਨੇ ਅਤੇ ਘਰ ਦੀ ਸ਼ਾਂਤੀ ਲੋੜੀਂਦੀ ਹੈ ਤਾਂ ਢਾਹੋ ਅੱਡ ਕੰਦੋਲੀਆਂ ਜਿਹੜੀਆਂ ਤੁਸੀਂ ਕੰਧਾਂ ਕੀਤੀਆਂ ਹੋਈਆਂ, ਇਹਨੂੰ ਕਹਿੰਦੇ ਤੁਸੀਂ ਢਾਹ ਦਿਓ। ਜਿੰਦਾ ਕਹਿੰਦਾ ਜੋਸ਼ ਨਾਲ, ਛੱਡੋ ਇਹ ਨਿੱਤ ਦੇ ਨਿੱਕੇ ਜਿਹੇ ਝਗੜੇ, ਕਹਿੰਦਾ ਨਿਗਾਉਣੇ ਝਗੜੇ, ਹੋਵੋ ਇਕੱਠੇ ਕਹਿੰਦਾ ਦੁਬਾਰਾ ਤੋਂ। ਸੁੰਦਰ ਸੱਜਣ ਕਰਤਾਰੀ ਸੰਤੀ ਚਿਹਰਿਆਂ 'ਤੇ ਇੱਕ ਝਲਕ ਮਿਲਦੀ ਹੈ। ਬਜ਼ੁਰਗ ਉੱਠ ਕੇ ਬਹਿਣ ਦੀ ਕੋਸ਼ਿਸ਼ ਕਰਦਾ ਹੈ। ਦੀਪਾ, ਠੀਕ ਹੈ ਲੈ ਫਿਰ, ਲੈ ਬਈ ਜਿੰਦਿਆ ਹੋ ਜਾ ਤਿਆਰ। ਦੋਵੇਂ ਜਾ ਕੇ ਉੱਟੇ ਟਾਉਣ ਲੱਗਦੇ, ਯਾਨੀ ਕਿ ਉਹਦੀ ਜਿਹੜੀ ਕੰਧ ਬਣਾਈ ਦੀ ਸੀ ਉਹਨੂੰ ਟਾਣ ਲੱਗਦੇ ਨੇ, ਜਿਹੜੇ ਵਿਚਕਾਰ ਸੀ। ਭਾਂਡੇ ਸਾਂਝੀ ਥਾਂ ਕਰਦੇ ਨੇ। ਬਾਬਾ ਹੌਲੀ ਹੌਲੀ ਉੱਠ ਕੇ ਖੜਾ ਹੁੰਦਾ ਹੈ। ਸੱਜਣ ਅਤੇ ਸੁੰਦਰ ਬਾਬੇ ਦੇ ਲਾਗੇ ਜਾ ਕੇ ਉਹਨਾਂ ਨੂੰ ਮੋਢਿਆਂ ਤੋਂ ਫੜ ਕੇ ਖੜਾ ਕਰਨ ਵਿੱਚ ਮਦਦ ਕਰਦੇ ਨੇ। ਸੰਤੀ ਅਤੇ ਕਰਤਾਰੀ ਚਿਹਰਿਆਂ 'ਤੇ ਮੁਸਕਾਨ ਆਉਂਦੀ ਆ। ਪੀੜ੍ਹੀਆਂ 'ਤੇ ਬੈਠਿਆਂ ਇੱਕ ਦੂਜੇ ਦੇ ਵੱਲ ਮੁਸਕਰਾਉਂਦੀਆਂ ਹੋਈਆਂ। ਇਹ ਤਕਵੀਂ ਪਹਿਲੀ ਵਾਲੀ ਕੋੜ ਤੱਕਣੀ ਤੋਂ ਬਿਲਕੁਲ ਉਲਟ ਸੀ। ਯਾਨੀ ਜਿੱਦਾਂ ਸੰਤੀ ਅਤੇ ਕਰਤਾਰੀ ਜਿਹੜੇ ਸੀ ਦੋਨੋਂ ਇੱਕ ਦੂਸਰੇ ਨੂੰ ਪਹਿਲਾਂ ਦੇਖਦੇ ਸੀ, ਉਹ ਤੱਕਣੀ ਦੇ ਇਹ ਜਿਹੜੀ ਨਜ਼ਰਾਂ ਵਿੱਚ ਜਿਹੜੇ ਫਰਕ ਜਿਹੜਾ ਸੀ, ਹੁਣ ਬੜੇ ਆਦਰ ਮਾਣ ਸਤਿਕਾਰ ਨਾਲ ਜਿਹੜੀਆਂ ਸੀ ਇੱਕ ਦੂਸਰੇ ਨੂੰ ਦੇਖ ਰਹੀਆਂ ਸਨ। ਅਤੇ ਪਿਛੋਕੜ ਤੋਂ ਫਿਰ ਉਹ ਗੀਤ ਵੱਜਦਾ, ਸਾਡਾ ਵਸਦਾ ਰਹੇ ਘਰ-ਬਾਰ, ਸਾਡਾ ਬਣਿਆ ਰਹੇ ਪਿਆਰ, ਨਜ਼ਰ ਕੋਈ ਨਾ ਲੱਗੇ ਬਿਨਾਂ ਪਿਆਰ ਦੇ ਯਾਰ, ਇਹ ਵਿਹੜਾ ਫੱਬੇ ਨਾ। ਤੋ ਇਹ ਸੀ ਕਹਾਣੀ। ਇਹ ਵਿੱਚ ਦੱਸਿਆ ਗਿਆ ਕਿ ਜੇ 2 ਭਰਾ ਜਿਹੜੇ ਸੀ ਉਹ ਘਰ ਵਾਲਿਆਂ ਦੇ ਆਉਣ ਦੇ ਕਾਰਨ ਜਿਹੜਾ ਸੀ ਵੱਖ-ਵੱਖ ਰਹਿ ਰਹੇ ਸੀ, ਪਰ ਲੇਕਿਨ ਕਿੱਦਾਂ ਇੱਕ ਬਜ਼ੁਰਗ ਦੀ ਸੋਚੀ ਸਮਝੀ ਸਕੀਮ ਲਾ ਲਓ, ਜਾਂ ਪੁੱਤਰਾਂ ਜਿੰਦਾ ਦਾ ਜਿਹੜਾ ਜਿੰਦਾ ਅਤੇ ਦੀਪਾ ਸੀ, ਇਹਨਾਂ ਦੋਨਾਂ ਦੀ ਪਲੈਨਿੰਗ ਸਦਕਾ ਜਿਹੜਾ ਸੀ ਇਹ ਘਰ ਜਿਹੜਾ ਸੀ ਮੁੜ ਇੱਕ ਹੋ ਜਾਂਦਾ। ਸਾਰੇ ਜਿਹੜੇ ਸੀ ਮੁੜ ਇਕੱਠੇ ਘਰ ਵਿੱਚ ਜਿਹੜੇ ਸੀ ਰਹਿੰਦੇ ਸੀ। ਤੋ ਇਸ ਕਹਾਣੀ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਜਿਹੜਾ ਆ ਆਪਣੇ ਜੁਆਇੰਟ ਫੈਮਿਲੀ ਵਿੱਚ ਜਿਹੜਾ ਉਹ ਰਹਿਣਾ ਚਾਹੀਦਾ ਹੈ। ਸਿੰਗਲ ਘਰ ਬਣਾ ਕੇ ਉਹ ਅਲੱਗ-ਅਲੱਗ ਤਰ੍ਹਾਂ ਜੋ ਨਹੀਂ ਰਹਿਣਾ ਚਾਹੀਦਾ। ਠੀਕ ਹੈ। ਤੋ ਇਹ ਸੀ ਬੇਟਾ ਜੀ ਤੁਹਾਡੀ ਪਾਠ ਚੌਥਾ ਇਕਾਂਗੀ ਜਿਹੜੀ ਸੀ ਇਹ ਵੀ ਕੰਪਲੀਟ ਹੋ ਗਿਆ। ਅੱਜ ਤੁਹਾਡਾ ਜਿਹੜਾ ਸੀ ਲਿਟਰੇਚਰ ਦਾ ਆਲਮੋਸਟ ਸਾਰਾ ਸਿਲੇਬਸ ਜਿਹੜਾ ਸੀ ਉਹ ਕੰਪਲੀਟ ਜਿਹੜਾ ਕਰਤਾ, ਅਤੇ ਲੈਂਗੁਏਜ ਦਾ ਵੀ ਆਲਮੋਸਟ ਜਿਹੜਾ ਕੰਪਲੀਟ ਹੋ ਚੁੱਕਾ ਆ। ਅਤੇ ਇਸ ਤੋਂ ਬਾਅਦ ਜਿਹੜੀ ਲਾਸਟ ਵੀਡੀਓ ਹੁਣ ਆਏਗੀ ਉਹਦੇ 'ਚ ਬੈਕ ਐਕਸਰਸਾਈਜ਼ ਜਿਹੜੀ ਅਸੀਂ ਕਰਾਂਗੇ ਇਸੇ ਚੈਪਟਰ 'ਤੇ। ਥੈਂਕ ਯੂ।